पीर चरण कमल की मौज को कहो कैसे अनुमान, कहबे को शोभा नहीं, कहबे को शोभा नहीं, देखा ही परवान, कहबे को शोभा नहीं, देखा ही परवान। रखी चरना दे नाल जोड़ के, चरना दी मौज बड़ी, चरना दे नाल चरना दी मौज बड़ी। रखी चरना ने नाल चरना नाल जोड़ के, चरना दी मौज, रखी चरना दे नाल चरना दी मौज बड़ी। प्यारे चरना दी मौज, मेरे प्यारे चरना दी मौज बड़ी। चरना दी मौज बड़ी, चरना दी मौज बड़ी। रखी चरना दे नाल चरना नाल जोड़ के, चरना दी मौज बड़ी, रखी चरना दे नाल चरना दी मौज बड़ी।
ਗੁਰ ਪੂਰੇ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ। ਜਹ ਜਾਈਏ ਤਹਾਂ ਸੁਹੇਲੇ, ਕਰ ਕਿਰਪਾ ਪ੍ਰਭ ਮੇਲੇ। ਹਰ ਗੁਣ ਗਾਵੋ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵੋ। ਜੀ ਕੈ ਸੰਗ ਸਹਾਈ, ਨਰੈਣ ਪ੍ਰਾਣ ਆਧਾਰਾ। ਹਮ ਸੰਤ ਜਨਾ ਰੇ ਨਾਰਾ, ਭਗਤ ਪਨੀਤ ਕਰ ਲੀਨੇ। ਕਰ ਕਿਰਪਾ ਹਰ ਜਸ ਦੀਨੇ, ਔਰ ਬ੍ਰਹਮ ਕਰੇ ਪ੍ਰਤਪਾਲਾ। ਸਦ ਜੀ ਸੰਗ ਰਖਵਾਲਾ, ਹਰ ਦਿਨ ਵੈਨ ਕੀਰਤਨ ਗਾਈਐ। ਬੋੜ ਨ ਜੋਨੀ ਪਾਈਐ, ਜਿਸ ਦੇਵੈ ਪੁਰਖ ਵਿਦਾਤਾ। ਹਰ ਰਸ ਤਿਨਹੀ ਜਾਤਾ, ਜਮ ਕੰਕਰ ਨੇੜ ਨ ਆਇਆ। ਸੁਖ ਨਾਨਕ ਸਰਣੀ ਪਾਇਆ। ਰਖੀ ਚਰਨਾਂ ਦੇ ਨਾਲ ਜੋੜ ਕੇ, ਚਰਨਾਂ ਦੀ ਮੌਜ ਬੜੀ। ਚਰਨਾਂ ਦੇ ਨਾਲ, ਚਰਨਾਂ ਦੀ ਮੌਜ ਬੜੀ। प्यारे चरना दी मौज बड़ी। मेरे प्यारे चरना की मौज बड़ी। रखी चरना जोड़ के, जोड़ के। रखी चरना जोड़ के, रखी चरना जोड़ के। चरना दे नाल, चरना दी मौज बड़ी। मैनू रखी चरना दे नाल जोड़ के, चरना दी मौज बड़ी।
ਸਤਕਾਰ ਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੱਚੀ ਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ, ਜਿੱਥੇ ਆਪ ਜੀ ਮਾਈ ਭਾਈ ਕਾਫੀ ਸਮੇਂ ਤੋਂ ਗੁਰਬਾਣੀ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੀ ਜ਼ਿੰਦਗੀ ਦੀਆਂ ਅਮੁੱਲਕ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਵਰਿਆਂ ਕਰਨ ਦੀ ਖੇਚਲਾ ਯਾਨੀ ਕਿਰਪਾਲਤਾ ਕਰ ਰਹਾ। ਉੱਥੇ ਕਾਫੀ ਸਮੇਂ ਤੋਂ ਆਪਣੀ ਜ਼ਿੰਦਗੀ ਦਾ ਸਮਾਂ ਗੁਰੂ ਚਰਨਾਂ ਵਿੱਚ ਲਗਾ ਰਹੇ ਹੋ। ਹਰ ਬੰਦਾ ਜ਼ਿੰਦਗੀ ਦੇ ਵਿੱਚ ਇੱਕ ਆਸਰਾ ਭਾਲਦਾ, ਸਹਾਰਾ ਭਾਲਦਾ ਕਿ ਮੈਨੂੰ ਜ਼ਿੰਦਗੀ 'ਚ ਕੋਈ ਐਸਾ ਸਹਾਰਾ ਮਿਲ ਜਾਏ, ਐਸਾ ਆਸਰਾ ਮਿਲ ਜਾਏ ਜਿਹਦੇ ਜ਼ਰੀਏ ਮੇਰੀ ਜ਼ਿੰਦਗੀ ਸੌਖੀ ਨਿਕਲ ਸਕੇ। ਪਰ ਗੁਰੂ ਕੀ ਸੰਗਤ ਜਿਹੜੇ ਦੁਨਿਆਵੀ ਦੁਨੀਆ ਦੇ ਸਹਾਰੇ ਹਨ, ਆਸਰੇ ਹਨ, ਉਹ ਸਾਧ ਸੰਗਤ ਜੀ ਵਕਤ ਆਉਣ 'ਤੇ ਸਾਥ ਛੱਡ ਜਾਂਦੇ ਹਨ। ਮਾਫ਼ ਕਰਨਾ, ਇੱਥੋਂ ਤੱਕ ਜੇ ਵਿਚਾਰ ਕਰਕੇ ਵੇਖੀਏ, ਬਿਪਤਾ ਪੈਣ 'ਤੇ ਦੁੱਖ ਦਾ ਸਮਾਂ ਆਉਣ 'ਤੇ ਵੱਡੇ ਵੱਡੇ ਰਿਸ਼ਤੇਦਾਰ, ਭੈਣ ਭਰਾ, ਸਾਖ ਸੰਬੰਧੀ ਸਭ ਸਾਥ ਛੱਡ ਜਾਂਦੇ ਨੇ। ਕਲਗੀਧਰ ਪਾਤਸ਼ਾਹ ਇੱਕ ਜੀਵਨ ਦਾ ਐਸਾ ਵੀ ਆਸਰਾ ਸਹਾਰਾ ਹੈ, ਜੇ ਕਿਸੇ ਨੂੰ ਮਿਲ ਜੇ ਤੇ ਜੀਵ ਨੂੰ, ਬੰਦੇ ਨੂੰ ਕਿਸੇ ਹੋਰ ਆਸਰੇ ਦੀ ਲੋੜ ਨਹੀਂ ਰਹਿੰਦੀ। ਗੁਰੂ ਤੋਂ ਵੱਡਾ, ਸਤਿਗੁਰੂ ਤੋਂ ਵੱਡਾ ਦੁਨੀਆ ਦੇ ਵਿੱਚ ਕੋਈ ਹੋਰ ਆਸਰਾ ਨਹੀਂ ਹੋ ਸਕਦਾ। ਵਾਲੀਏ ਦੋ ਜਹਾਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਅਨੰਦਪੁਰ ਦੇ ਤਖਤ 'ਤੇ ਸਵਾਏ ਮਾਣ ਹਨ। ਇਹ ਜ਼ਮਾਨਾ ਵੇਖਣ ਵਾਲਾ ਸੀ। ਹਜ਼ੂਰ ਨੇ ਇਸੇ ਪਵਿੱਤਰ ਧਰਤੀ 'ਤੇ ਜ਼ਾਲਮ ਜ਼ੁਲਮ ਰਾਜ ਦੀਆਂ ਜੜ੍ਹਾਂ ਉਖੇੜਨ ਵਾਸਤੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ। ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਖਾਲਸਾਈ ਫੌਜ ਤਿਆਰ ਕੀਤੀ, ਇਸੇ ਧਰਤੀ 'ਤੇ ਨਗਾਰਾ ਤਿਆਰ ਕੀਤਾ। ਇਸੇ ਧਰਤੀ 'ਤੇ ਦਸ਼ਮੇਸ਼ ਜੀ ਨੇ ਆਪਣੇ ਸਿੰਘਾਂ ਨੂੰ ਸ਼ਸਤਰ ਵਿਦਿਆ ਸਿਖਾਈ। ਮੁੱਕਰੀ ਗੱਲ ਕੀ, ਰਾਜਿਆਂ ਮਹਾਰਾਜਿਆਂ ਦੀ ਤਰ੍ਹਾਂ ਹਜ਼ੂਰ ਨੇ ਫੌਜਾਂ ਤਿਆਰ ਬਰ ਤਿਆਰ ਕੀਤੀਆਂ। ਵਾਲੀਏ ਦੋ ਜਹਾਨ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਦੇ ਰੂਹਾਨੀ ਦਰਬਾਰ ਲੱਗੇ ਹੋਏ ਨੇ। ਸਾਡਾ ਮੁਲਕ ਉਦੋਂ ਸਾਧ ਸੰਗਤ ਜੀ ਛੋਟੀਆਂ ਛੋਟੀਆਂ ਰਿਆਸਤਾਂ ਦੇ ਵਿੱਚ ਵੰਡਿਆ ਹੋਇਆ ਸੀ। ਸੰਗਤਾਂ ਦੂਰੋਂ ਦੂਰੋਂ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਉਂਦੀਆਂ, ਆਪਣਾ ਜਨਮ ਸਫਲਾ ਕਰਦੀਆਂ। ਮੇਰੇ ਹਜ਼ੂਰ ਦਾ ਦਰਬਾਰ ਲੱਗਿਆ। ਕਹਿਲੂਰ ਦੀ ਰਿਆਸਤ ਦਾ ਰਾਜਾ ਗੁਰੂ ਕੀ ਸੰਗਤ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਵਾਸਤੇ ਆਇਆ। ਮਹਾਂਪੁਰਖ ਰਾੜੇ ਵਾਲੇ ਦੱਸਿਆ ਕਰਦੇ ਸੀ, ਕਹਿੰਦੇ ਇੰਨਾ ਦੁੱਖ ਜਾਂ ਇੰਨਾ ਦੁਖੀ ਬੰਦਾ ਸੱਪ ਦੇ ਡਸਣ ਕਰਕੇ ਨਹੀਂ ਹੁੰਦਾ, ਜਿੰਨਾ ਬੰਦਾ ਦੂਜੇ ਦੇ ਸੁੱਖਾਂ ਨੂੰ ਵੇਖ ਕੇ ਦੁਖੀ ਹੁੰਦਾ। ਕਹਿੰਦੇ ਨੇ ਕਹਿਲੂਰ ਦੀ ਰਿਆਸਤ ਦਾ ਰਾਜਾ ਭੀਮ ਚੰਦ ਨੇ ਸੁਣਿਆ
कि गुरु गोबिंद सिंह महाराज उन्होंने फौजा रखिया ने, राजा महाराजा की उन्होंने रहनी बहनी है। महाराज 10वें पातशाह के दर्शन करने वास्ते आया। राज में राज, योग में योगी, तप में तपीसर, गृहस्थ में भोगी। त्याए त्याए भगते सुख पाया, नानक तिस पुरख का किने अंत न पाया। महाराज दे दरबार दे विच पुज्जा। महाराज दा दरबार लग्या है। दर्शन कीते। प्रसाद संग जी मूँह रखनी रख के नमस्कार ते कीती। अज असी शंकावादी हो गए। अंग्रेजी कहते ने डाउटफुल हो गए। गुरु ग्रंथ साहब ते शंके करते हैं, गुरुआं ते करने ही ने। योग अज बहुत अगे जा रहा है। कहते ने महाराज के चरणों नमस्कार की। महाराज दे लगे दरबार दे विच शाही दरबार महाराज कलगीधर पातशाह दा। और महाराज की शानो शौकत देख के ये मन च ख्याल आया कि असी राजे हाँ। एक बारी कह दे भैरू, असी राजे हाँ। ते गुरु साहब एक फकीर ने, गुरु नानक की गुरता गुरगद्दी के वारिश ने। इन्ने सुख एक फकीर दे कोल, एक राजे दे कोल, फिर रहनी बहनी राजिया महाराजिया वाली। महाराज कलगीधर पातशाह दे चरणों में आके नमस्कार की। सुनिया सी कि बड़िया बड़िया बहुमूलियां वस्तुआं गुरु कलगीधर पातशाह दे कोल हन। दर्शन करन तो बाद इन्हें कलगीधर पातशाह दे चरणों च बेनती की, महाराज मैं सुनिया कि तुहाडे कोल बड़िया बहुमूलियां चीज़ां ने, बहुमूलियां वस्तुओं ने, कृपा करके दर्शन कराओ। मेरे कलगीधर पातशाह दे कोल एक प्रसादी नाम का हाथी सी, जिहड़ा कि असम के राजे ने कलगीधर पातशाह जी नूं दर्शन भेंट कीता सी। ओड़ा प्रसादी हाथी सी ना, वो बड़े छोटे जे कद दा सी। एक बारी कह दे वाहिगुरू। महाराज ने नूं दर्शन जो कराए प्रसादी हाथी दे, तो फिर इशारा किया। ये बड़ा खूबसूरत हाथी से। हाथी नूं इशारा किया जो रोज़ी नित रोज़ की उहदी ट्रेनिंग सी। आख्या तैनूं राजे भीम चंद नूं कहा इस हाथी दे गुण दिखाने। इशारा किया। हाथी अपनी सुंड दे नाल चौर फड़ के हाथी ने कलगीधर पातशाह नूं करना शुरू करता। माफ करना, ये मन च सोचदा भी गुरु इन्ना बली हुंदा जा रहा नित प्रति निता प्रति। और इहो जी ट्रेनिंग भी जानवर भी गुरु कलगीधर पातशाह नूं प्यार करते हैं। दूजे नंबर ते इन्हें महाराज कलगीधर पातशाह दी जदों कलगी तकी, माफ करना, फिर 10वें पातशाह ने इनू 4 वस्तुआं दिखाइयां। माफ करना, उस मौके गुरु गोबिंद सिंह महाराज ने इनू एक शस्त्र दिखाया, जिवें अजकल कई चाकू निकले हैं, ਉਹਦੇ बटन ਨੂੰ दबीए ना तो वह चाकू बाहर आ जाता।
महाराज ने एक शस्त्र दिखाया, पंच कला शस्त्र, पंच कला शस्त्र। वो साथ इस तरह जिमें थर्मामीटर फीता इकट्ठा हो जाता ना, मेजरमेंट जिन्होंने कह दें असी। कलगीधर पातशाह उस पंचकले शास्त्र दे विच माफ करना 5 शस्त्र सन। एक बारी बटन दबिया उसकी नागनी बन गई, दूजी बारी बटन दबिया उसका नेजा बन गया, तीजी बारी वो बटन दबिया तो इनू इन्ना कुछ देख के वेख के सड़ बड़ के कूड़ा हो गया भी ये वस्तुआं तो एक मेरे वर्गे राजे को होनियां चाहिए ने, कोई कह दो वैरू। मुकरी गल की फिर चौर साहब जरा चंदन का बनया सी, ओनू देख के हैरान हो गया, सहार ना सकिया। खैर गुरु की संगत इन्हें कलगीधर पातशाह दे चरणा च बेनती की जी मेरे लड़के की शादी। उन्हें सोचा भी ये 10वें पातशाह के कोई मामूली फकीर होणगे, एक बारी कह दे वैरू। तो मैनू ये पंचकला शस्त्र चौर चंदन की चौंकी जिदे ते 10वें पातशाह इशनान करते सन। समा कलगीधर पातशाह दे हुक्म दे विच चलदा सी, जिन्हां दे हुक्म नाल रुत्तां पुछ के चलदियां सन। इन्हें आख्या जी ये चंदन की चौंकी चौर पंचकला शस्त्र और चांदनी चंदोआ उस जमाने में कदी कलगीधर पातशाह के सीस से 9 लाख की चांदनी हजूर के सीस से बजती सी, जिमें अजकल असीं महाराज दे उत्ते ये चंदोआ करते हैं। इन्हें जो चीज़ां मंगियां सारियां तो 10वें पातशाह लगे कहण बई राजा भीम चंद नूं असीं नहीं दे सकते, असीं दे सकते ये वस्तुआं ने जिहड़ियां ये गुरु नानक की गुरता गुरगद्दी नूं भेंट होईयां ने। इन्हें फिर बेनती की, सर्दियां दे दिन सन, पोह दा महीना सी ते सवेरे 10 बजे का 11 बजे का समा सी। इन्हें बेनती की जी मेरे लड़के की शादी है तो ये वस्तुआं मैनू थोड़े दिन लिए चाहिए ने, तो मैं शादी तो बाद तुहानूं वापस कर जाऊँगा। मेरे पर मन च गल की बैठी सी ये भी एक बारी मिल गई, एक बारी वे वस्तुआं मिल गई तो असीं काहनूं वापस करनियां ने। फिर गुरु गोबिंद सिंह वर्गा फकीर साडा कर भी की सकता, शायद शरधा रख के मंगदा अंदरों तो गुरु साहब कृपा भी कर दिंदा। बड़ा बड़ा कमाइयां वाले सिख गुरु के दरबार दे विच बैठे सन। सिखा ने आखे मन च सोचा भी ये मूर्ख ने गल की करती, एक बारी कह दे वैरू इन्हें मूर्ख ने गल की करती। 10वें पातशाह तू वो वस्तुआं मंगदा जिहड़ियां हजूर की नित रोज़ की वरतों में आउंदियां हन। सिख बोले नहीं, पर मेरे कलगीधर पातशाह कहन लगे राजा भीम चंद असीं तैनूं ये वस्तुआं असीं ते नहीं दे सकते। इन्हें क्या कौन दे सकता? फिर सामने एक बजुर्ग बाबा फटे पुराने कपड़े सी, हाथ झाड़ू फड़िया सी ते झाड़ू फेरे पिया। झाड़ू एक झाड़ू हत्थां 'च फड़ के फेरते हैं, एक हत्थ एक झाड़ू है जिहड़ा लाठी वगैरह बन्निया होंदा, डांग जिहनूं कह दिंदे ने। वो बाबा झाड़ू दे रहा, झाड़ू मानो बाबा दे सकदा। जदों उत्थे पुजा वो सोचदा भी इन्हें मैनू गड़ी ना करनी है, इन्हें जाके झाड़ू फेरदे बाबे नूं कहा बाबा सिखा
ਵੀ ਮੈਨੂੰ ਆਹ ਚੀਜ਼ਾਂ ਵਸਤੂਆਂ ਚਾਹੀਦੀਆਂ ਨੇ। ਚੰਦਨ ਦੀ ਚੌਂਕੀ, ਚਾਂਦਣੀ, ਚੰਦੋਵਾ, ਚੌਰ ਸਾਹਿਬ, 5 ਕਲਾ ਸ਼ਸਤਰ, और प्रशादी हाथी। मेरे लड़के की शादी है। सिख बोलिया ही नहीं। इन्हें फिर बेनती की, इन्हें फिर क्या सिख नूं भी मैनू आ वस्तुएं चाहिए ने। वो झाड़ू दे रहा सी ते झाड़ू दिंदे दिंदे जद इन्हें राजे भीम चंद ने दोबारा बेनती की, कहता परां हट। राजे भीम चंद नूं कहता परे हट, मैं झाड़ू देना इत्थे। वो कहता कमाल की गल है, मैं और राजा तो मैनू ये की कह रहेगी कि परे हट। उन्हें कहा हाँ तेनों क्या परे हट, मैं झाड़ू देना, मेरी सेवा के फर्क पैंदा। इन्हें राजे भीमचंद ने फिर कहा जी मैं मेरे लड़के की शादी है। बजुर्ग सिख बाबे ने आख्या तेरे लड़के की शादी ते तू शादी कर जाके साथों की लेना, मैं कड़ा बराते जाना है, मैं कड़ा कि बराते जाना, जाके अपनिया मौजा लै। उन्हें आख्या जी सिख आख्या गुरु के सिख मैं बेनती करनी। उन्हें कहा की बेनती करनी? उन्हें आख्या ये वस्तुआं मैनू कुछ समय लिए चाहिए ने ते शादी तो बाद तुहानू मैं ये वस्तुआं सारियां वापस कर जांगा। उन्हें कहा तेनू ये चीज़ां चाहिए ने? एक बारी कह दे बहरू, और तेनू ये वस्तुआं चाहिए ने? चौर चंदन की चौंकी जिहदे मेरे 10वें पातशाह बैठ के इशनान करते हैं, चौर जिहदा जिहड़ा कलगीधर पातशाह नूं कीता जांदा। रही गल 5 कला शस्त्र, ये वस्तुआं चांदनी चंदोवा तेरे लड़के लिए होए। सिख ने बजुर्ग बाबे ने और झाड़ू हाथ फड़ के आख्या परे हट जा राजा भीमचंद, तू ये वस्तुआं मंगिया ही गुरु घर च ने, पर जे तू ये वस्तुआं ना किते मेरे को बाहर किते 4 द्वारी तू बाहर मंगदा, ये जिहड़ा मैं झाड़ू तां नूं मारिया तेरे मूँह दे उत्ते आउणा सी। पर कहंदे ने राजा भीमचंद इन्हें बड़ी बेइज्जती महसूस की ते उस बेइज्जती नूं सहार ना सकिया। फिर गुरु साहब के चरणों च गया। महाराज बाबे ने तो मेरी इंसल्ट करती, बेइज्जती करती है, मैनू झाड़ता और ये वस्तुआं देन तो इनकार करता। गुरु साहब ने कहा तेनू पहले ही कहा सी, एक बारी कह दे बहरू, इन्हां वस्तुआं दे साडा कोई हक हकूक नहीं। अंग्रेजी कहते राइट्स, साडा कोई हक नहीं। पर जे तेनू सिख ने वस्तुआं ने नहीं दित्तियां तो असीं नहीं तेनू दे सकते। उथों ना ये बुड़बुड़ करदे चला गया, मैं तुहानू वेखांगा। बड़े बड़े वेखण वास्ते आनंदपुर की धरती ते, पर जिहड़ा आउंदा सी मूँह दी खा के वापस मुड़ जांदा सी। वापस तुर गया, मैं तुहानू देखांगा। कलगीधर पातशाह ने कहा कोई नहीं, फिर इत्थे किहड़ियां चूड़ियां पा के बैठे ने, इत्थे किहड़ियां चूड़ियां पा के बैठे ने मेरे सिख। मुकरी गल की है, वापस गया, दरबार लाया इन्हें, जिवें राजा महाराज दे लगदे हुंदे ने सारे वजीरां मंत्रियां एहलकारां नूं इन्हें सारी हुई बीती गल दसी कि मैं कलगीधर पातशाह दे चरणा च गया सी, आ वस्तुआं दी मंग की, डिमांड की। गुरु साहब ने चीज़ां की देनियां सन, वस्तुआं की देनियां सन, सगों उल्टी मेरी बेइज्जती करके, और बेइज्जती भी सिख पासों करवाई है। मेरी बेइज्जती
ਕਰਵਾਈ ਇੱਕ ਸਿੱਖ ਪਾਸੋਂ। ਇਹਨੇ ਸਾਰੇ ਵਜ਼ੀਰਾਂ ਮੰਤਰੀਆਂ ਐਹਲਕਾਰਾਂ ਨੂੰ ਆਖਿਆ ਮੈਂ ਇਸ ਬੇਇੱਜ਼ਤੀ ਦਾ ਬਦਲਾ, ਇਸ ਇਨਸਲਟ ਦਾ ਬਦਲਾ ਮੈਂ ਲੈ ਕੇ ਛੱਡਾਂਗਾ। ਸਿਆਣੇ ਬੰਦੇ ਬਹੁਤ ਘੱਟ ਹੁੰਦੇ ਨੇ। ਜਦੋਂ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੀਵਾਰ 'ਚ ਚਿਣੇ ਜਾਣੇ ਸਨ, ਸ਼ੇਰ ਮੁਹੰਮਦ ਤੇ ਗੁਲ ਖਾਂ ਮਲੇਰਕੋਟਲੇ ਦੇ ਰਹਿਣ ਵਾਲੇ ਨਵਾਬ, ਇਹਨਾਂ ਆਖਿਆ ਸੂਬਿਆ ਇਹ ਜ਼ੁਲਮ ਨਾ ਕਰੀ, ਇੱਕ ਵਾਰੀ ਕਹਿ ਦੇ ਵਾਹਿਗੁਰੂ, ਉਹ ਤੇਰੇ ਤੇ ਖੁਦਾ ਦਾ ਕਹਿਰ ਟੁੱਟ ਪਵੇਗਾ, ਤੇਰੇ ਤੇ ਖੁਦਾ ਦਾ ਕਹਿਰ ਟੁੱਟ ਪਵੇਗਾ, ਤੈਨੂੰ ਹਿਸਾਬ ਕਿਤਾਬ ਦੇਣਾ ਔਖਾ ਹੋ ਜਾਣਾ। ਤੂੰ ਹੋਰ ਗਲਤੀ ਜਿਹੜੀ ਮਰਜ਼ੀ ਕਰ ਲਈ, ਪਰ ਇਹ ਗਲਤੀ ਨਾ ਕਰੀ। ਜਿਹੜੇ ਚੰਗੇ ਬੰਦੇ ਨੇ, ਮੁੱਕਦੀ ਗੱਲ ਕੀ, ਗਲਤ ਬੰਦਾ ਗਲਤ ਕੰਮ ਕਰੇ, ਬੁਰੀ ਸਲਾਹ ਦੇਵੇ, ਉਹਨੂੰ ਵਰਜਦੇ ਨੇ, ਰੋਕਦੇ ਨੇ। ਇੱਕ ਇਹਦਾ ਦੇਵੀ ਦਾਸ ਨਾਂ ਕਰਕੇ ਇੱਕ ਵਜ਼ੀਰ ਸੀ, ਇਹਨੇ ਨੂੰ ਆਖਿਆ ਵੀ ਤੂੰ ਫੌਜਾਂ ਲੈ ਕੇ ਅਨੰਦਪੁਰ ਦੀ ਮਾਫ ਕਰਨਾ, ਫੌਜਾਂ ਲੈ ਕੇ ਨਾ ਕਲਗੀਧਰ ਪਾਤਸ਼ਾਹ ਦੇ ਉੱਤੇ ਚੜ੍ਹਾਈ ਕਰਦੇ। ਦੇਵੀ ਦਾਸ ਵਜ਼ੀਰ ਨੇ ਆਖਿਆ ਰਾਜਨ ਸਰਕਾਰ, ਠੰਡਾ ਪਾਣੀ ਪੀ ਕੇ ਠੰਡੇ ਦਿਲੋਂ ਦਿਮਾਗ ਨਾਲ ਸੋਚੋ, ਗੁਰੂ ਗੋਬਿੰਦ ਸਿੰਘ ਨੇ ਸਾਡਾ ਵਿਗਾੜਿਆ ਕੁਛ ਨਹੀਂ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਔਰ ਆਹ ਜਿਹੜਾ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਨਾ, ਮੈਨੂੰ ਕਹਿੰਦੇ ਹੋ ਕਿ ਤੂੰ ਫੌਜਾਂ ਲੈ ਕੇ 10ਵੇਂ ਪਾਤਸ਼ਾਹ ਦੇ ਚੜ੍ਹਾਈ ਕਰਦੇ, ਕੰਮ ਇਹ ਕੰਮ ਮੈਂ ਨਹੀਂ ਕਰ ਸਕਦਾ, ਇੱਕ ਵਾਰੀ ਕਹਿ ਦਿਓ ਵਾਹਿਗੁਰੂ। ਸ਼ਰਧਾਲੂ ਹਿਰਦਾ ਬੜਾ ਨਰਮ ਹੁੰਦਾ, ਸ਼ਰਧਾਲੂ ਹਿਰਦਾ ਬੜਾ ਨਰਮ ਹੁੰਦਾ, ਕੋਮਲ ਹੁੰਦਾ। ਇਹਨੇ ਕਿਹਾ ਇਹ ਮੈਂ ਕੰਮ, ਤੂੰ ਕਹਿੰਦਾ ਟਰਾਈ ਕਰ, ਮੈਂ ਕੰਮ ਕੀ, ਇਹ ਕੰਮ ਮੈਂ ਨਹੀਂ ਕਰਨਾ, ਔਰ ਇਸ ਕੰਮ ਨੂੰ ਕਰਨ ਵਾਸਤੇ ਮੈਂ ਅਨੰਦਪੁਰ ਸਾਹਿਬ ਤੇ ਚੜ੍ਹਾਈ ਵੀ ਨਹੀਂ ਕਰਨੀ। ਇਹਨੇ ਆਖਿਆ ਫਿਰ ਜੇ ਤੂੰ ਇੰਜ ਨਹੀਂ ਕਰਨਾ ਚੰਗਾ ਰਹਿ ਜਾਏਗਾ। ਯਾਦ ਰੱਖੀ ਦੇਵੀ ਦਾਸ, ਤੂੰ ਬੜੇ ਬੜੇ ਤਸੀਹੇ ਦੇ ਕੇ ਮਾਰਿਆ ਜਾਏਗਾ, ਸ਼ਹੀਦ ਕੀਤਾ ਜਾਏਗਾ ਤੈਨੂੰ। ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, कहबे को शोभा नहीं देखा ही परवान। देवी माफ करना, राजे भीम चंद ने देवी दास नूं क्या बड़े बड़े तसीहे दे के मारिया जाएगा। देवी दास ने कहा राजा भीम चंद जो तू करना कर ला, पर यह काम मैं नहीं करना। वक्त का बादशाह सी, सच है ते औखा, ये बोलना भी औखा है, सच सुनना भी औखा है। मेरे पातशाह कहते जे कोई बोले सच सारे पढ़ो, जे कोई बोले सच कूड़ा जल जावे। कहते जे कोई सच की गल करे तो झूठे बंदे नूं अग लग जाती, अग। मुकरी गल की देवी दास वजीर ਇਹਦੇ ਪੈਰਾਂ ਨੂੰ ਬੇੜੀਆਂ ਪਾਤੀਆਂ ਗਈਆਂ, ਦੋਨੋਂ ਹੱਥਕੜੀਆਂ ਨੂੰ ਹੱਥਾਂ ਨੂੰ ਹੱਥਕੜੀਆਂ ਲਾਤੀਆਂ ਗਈਆਂ। ਕਿੱਥੇ ਵਕਤ ਦੇ ਬਾਦਸ਼ਾਹ ਦਾ ਵਜ਼ੀਰ, पर एक पासे कलगीधर पातशाह का श्रद्धालु सिख। मुकरी गल की देवी दास इनू कैद च पाता गया। शाम पई, कहंदे ने जराज सदेगा, एक बारी कह दे वाहिगुरू। आनंदपुर हुण तां आबाद हो गया। 1973
ਜਾਂ 4 ਦੇ ਦਿਨਾਂ ਵਿੱਚ ਸਾਡਾ ਉੱਥੇ ਇੱਕ NCC ਦਾ ਕੈਂਪ ਲੱਗਾ ਸੀ। ਬਹੁਤੀਆਂ ਪਹਾੜੀਆਂ ਹੁੰਦੀਆਂ ਸਨ। ਇੱਕ ਵਾਰੀ ਕਹਦੇ ਵਾਹਿਗੁਰੂ, ਸਾਰਾ ਦਿਨ ਗੁਜ਼ਰਿਆ। ਰਾਜੇ ਭੀਮ ਚੰਦ ਨੇ ਜਲਾਦ ਸੱਦੇ, ਕਹਿਣ ਲੱਗਾ ਵੀ ਇਹਨੂੰ ਦੇਵੀ ਦਾਸ ਨੂੰ ਫੜ ਕੇ ਨਾ ਕਿਸੇ ਅਗਿਆਤ ਜਗ੍ਹਾ ਤੇ ਲੈ ਜਾਓ, ਜਿੱਥੇ ਇਹਨੂੰ ਪਤਾ ਵੀ ਨਾ ਲੱਗੇ, ਔਰ ਇਹਦੀਆਂ ਅੱਖਾਂ ਦੇ ਵਿੱਚ, ਮਾਫ ਕਰਨਾ, ਆ ਟੋਪੀ ਵਾਲੇ ਕਿੱਲ ਹੁੰਦੇ ਨੇ, ਅਸੀਂ ਸਾਰੇ ਜਾਣਦੇ ਹਾਂ। ਆਖਿਆ ਇਹ ਕਿੱਲ ਠੋਕ ਦਿੱਤੇ ਜਾਣ, ਔਰ ਮਾਰਨਾ ਨਹੀਂ। ਇੱਕ ਵਾਰੀ ਕਹਿ ਦਿਓ ਵਾਹਿਗੁਰੂ, ਮਾਰਨਾ ਨਹੀਂ, ਕਿੱਲ ਠੋਕਣੇ ਨੇ। ਇਧਰੋਂ ਦੇਵੀ ਦਾਸ ਦੀ ਮਾਂ, ਇਹਦੀ ਧੀ, ਇਹਦੀ ਭੈਣ ਦੇਵੀ ਦਾਸ ਦੇ ਕੋਲ ਪੁੱਜੀਆਂ। ਇਧਰੋਂ ਜਾ ਕੇ ਰਾਜੇ ਭੀਮ ਚੰਦ ਨੂੰ ਕਿਹਾ ਇਹਨਾਂ ਨੇ ਜੀ, ਮਾਂ ਨੇ ਕਿਹਾ ਮੇਰੇ ਪੁੱਤ ਤੇ, ਭੈਣ ਨੇ ਕਿਹਾ ਮੇਰੇ ਭਰਾ ਤੇ, ਲੜਕੀ ਨੇ ਕਿਹਾ ਮੇਰੇ ਪਿਤਾ ਤੇ ਕੋਈ ਤਰਸ ਕਰੋ। ਉਹ ਕਹਿੰਦਾ ਤਰਸ ਨੂੰ ਮੈਨੂੰ ਕੀ ਕਹਿ ਰਿਹਾ? ਉਹਨੂੰ ਕਹਾ ਹੁਣ ਫੌਜਾਂ ਲੈ ਕੇ ਚਲਾ ਜਾਏ ਤੇ ਬਰੀ ਹੈ ਕਿ। ਕਹਿੰਦੇ ਨੇ ਮਾਂ, ਭੈਣ ਤੇ ਧੀ, ਬੇਟੀ ਕਹਿ ਲੋ, ਦੇਵੀ ਦਾਸ ਦੇ ਕੋਲ ਪੁੱਜੀਆਂ। ਮਾਂ ਨੇ ਆਖਿਆ ਵੀ ਦੇਵੀ ਦਾਸ ਤੇਰੀ ਜਾਨ ਖਤਰੇ 'ਚ ਹੈ। ਭੈਣ ਨੇ ਕਿਹਾ ਵੀਰਾ ਤੇਰੀ ਜਾਨ ਨੂੰ ਖਤਰਾ ਹੈ। ਬੇਟੀ ਨੇ ਕਿਹਾ ਪਿਤਾ ਜੀ ਤੁਹਾਡੀ ਜਾਨ ਇਸ ਸਮੇਂ ਜ਼ਿੰਦਗੀ ਤੁਹਾਡੀ ਖਤਰੇ 'ਚ ਹੈ। ਤੁਸੀਂ ਇੰਝ ਕਰੋ, ਤੁਸੀਂ ਜੋ ਰਾਜਾ ਭੀਮ ਚੰਦ ਕਹਿੰਦਾ ਫੌਜਾਂ ਲੈ ਕੇ ਨਾ ਅਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਦਿਓ। ਇੱਕ ਰਹੇਗਾ ਜਗ ਤੇ ਨਾਮ ਰੱਬ ਦਾ, ਤੇ ਬਾਕੀ ਝੂਠੀਆਂ ਹੋਰ ਕਹਾਣੀਆਂ ਨੇ। ਜਿਹੜੇ ਵਗਦੇ ਵਗਦੇ ਵਗ ਗਏ ਨੇ, ਵਾਪਸ ਮੁੜਨਾ ਨਹੀਂ ਵਗਿਆ ਪਾਣੀਆਂ ਨੇ। ਜੋ ਆਇਆ ਸੰਸਾਰ ਤੇ ਤੁਰ ਜਾਣਾ, ਕੀ ਰਾਜੇ ਤੇ ਕੀ ਰਾਣੀਆਂ ਨੇ। ਇੱਕ ਦਿਨ ਇਹ ਸੰਸਾਰ ਫਨਾ ਹੋਸੀ, ਇਹ ਤਾਂ ਝੂਠੀਆਂ ਤਣੀਆਂ ਤਾਣੀਆਂ ਨੇ। ਇਹਨੇ ਮਾਂ, ਭੈਣ ਤੇ ਬੇਟੀ ਨੂੰ ਦਿਲਾਸਾ ਦਿੱਤਾ। ਉਹਨੇ ਕਿਹਾ ਦੁਨੀਆ ਕੋਈ ਰੋਜ਼ ਦਾ ਮੇਲਾ ਹੈ। ਜ਼ਿੰਦਗੀ ਜਿਹੜਾ ਗੁਰੂ ਚਰਨਾਂ ਦੇ ਵਿੱਚ ਲਾ ਗਿਆ। ਇਹ ਵਿਚਾਰੀਆਂ ਆ ਗਈਆਂ। ਦੇਵੀ ਦਾਸ ਨੂੰ ਜਲਾਦ ਫੜ ਕੇ ਲੈ ਚੱਲੇ। ਇੱਕ ਅਗਿਆਤ ਪਹਾੜੀ ਤੇ ਹਨੇਰੀ ਰਾਤ ਸੀ। ਇੱਕ ਅਗਿਆਤ ਪਹਾੜੀ ਤੇ ਦੇਵੀ ਦਾਸ ਦੇ ਪੈਰਾਂ ਨੂੰ ਘੁੱਟ ਕੇ ਬੰਨ ਦਿੱਤਾ। ਦੋਨੋਂ ਹੱਥ ਪਿੱਛੇ ਨੂੰ ਬੰਨ ਦਿੱਤੇ। ਇਹਨੂੰ ਕਹਿੰਦੇ ਨੇ ਮੁਸ਼ਕਾਂ ਬੰਨਣੀਆਂ। ਤੇ ਇੱਧਰ ਵਾਲੀਏ ਦੋ ਜਹਾਨ, ਕਲਗੀਧਰ ਪਾਤਸ਼ਾਹ ਸਾਡੇ ਗੁਰੂਆਂ ਦੇ ਸਮੇਂ ਆਸਾ ਦੀ ਵਾਰ ਰਾਤ ਦੇ 2 ਵਜੇ ਲੱਗਦੀ ਸੀ। ਮੁੱਕਦੀ ਗੱਲ ਕਿ ਉਹ ਜ਼ਮਾਨਾ ਇਹੋ ਜਿਹਾ ਸੀ। ਅੱਜ ਅਸੀਂ ਸੁੱਖਾਂ ਦੇ ਅਧੀਨ ਹੋ ਗਏ। ਅੱਗੇ ਸਿੱਖ ਸਨ ਜਿਹੜੇ
ਆਪਣੀ ਜ਼ਿੰਦਗੀ ਦਾ ਸਮਾਂ ਗੁਰੂ ਚਰਨਾਂ ਵਿੱਚ ਲਾਉਂਦੇ ਸਨ, ਜ਼ਿੰਦਗੀ ਗੁਰਮਤਿ ਦੇ ਮੁਤਾਬਕ ਤੋਰਦੇ ਸਨ। ਇਧਰੋਂ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਜਦੋਂ ਕਿੱਲ ਲੱਗੇ ਨਾ ਠੋਕਣ ਜਲਾਦ, ਮੇਰੇ ਪਾਤਸ਼ਾਹ ਆਸਾ ਦੀ ਵਾਰ ਦੇ ਕੀਰਤਨ ਵਿੱਚ ਬੈਠੇ ਨੇ। ਕਹਿੰਦੇ ਨੇ ਜਦੋਂ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਕਿੱਲ ਲੱਗੇ ਠੋਕਣ, ਮੇਖਾਂ ਲੱਗੇ ਠੋਕਣ, ਕਹਿੰਦੇ ਨੇ ਦੇਵੀ ਦਾਸ ਨੇ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ। ਜਦੋਂ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰ ਲਿਆ, ਮੁਕਰੀ ਗੱਲ ਕੀ ਗੁਰੂ ਕੀ ਸੰਗਤ। ਮੇਰੇ ਪਾਤਸ਼ਾਹ ਭਰੇ ਦਰਬਾਰ ਦੇ ਵਿੱਚ ਆਸਾ ਦੀ ਵਾਰ ਦੇ ਕੀਰਤਨ 'ਚ ਬੈਠੇ ਸਨ ਤੇ ਮੇਰੇ ਪਾਤਸ਼ਾਹ ਉੱਠ ਕੇ ਚਲੇ ਗਏ। ਪੰਜ ਸਿੰਘਾਂ ਨੂੰ ਆਖਿਆ ਕਿ ਇਸ ਕਮਰੇ ਵਿੱਚ ਸਾਡਾ ਨਾ ਆਸਣ ਪੁੰਜੇ ਕਰ ਦਿਓ ਤੇ ਅੰਦਰ ਆਉਣ ਨਹੀਂ ਦੇਣਾ, ਕੋਈ ਵੀ ਆਵੇ ਉਹਨੂੰ ਆਉਣ ਨਹੀਂ ਦੇਣਾ। ਬਾਹਰ ਦੇ ਹੁਕਮ ਦੀ ਉਲੰਘਣਾ ਕਿਹੜਾ ਕਰ ਸਕਦਾ ਸੀ। ਇਧਰੋਂ ਦੇਵੀ ਦਾਸ ਦੀਆਂ ਅੱਖਾਂ ਦੇ ਵਿੱਚ ਕਿੱਲ ਠੋਕੇ ਜਾ ਰਹੇ ਨੇ, ਉਧਰ ਮੇਰੇ ਕਲਗੀਧਰ ਪਾਸੇ ਇੱਕ ਅਲੱਗਾ ਰੂਮ 'ਚ ਕਮਰੇ 'ਚ ਲੇਟੇ ਹੋਏ ਨੇ। ਮਾਫ ਕਰਨਾ, ਕਿੱਲ ਠੋਕੇ ਜਾ ਰਹੇ ਨੇ, ਠੋਕ ਠੋਕ ਕਰਕੇ ਕਿੱਲ ਠੋਕੇ ਗਏ, ਪਰ ਦੇਵੀ ਦਾਸ ਦਾ ਧਿਆਨ ਕਿੱਥੇ ਆ? ਕਲਗੀਧਰ ਪਾਤਸ਼ਾਹ ਦੇ ਮੁਬਾਰਕ ਚਰਨਾਂ 'ਚ ਹੈ। ਦੇਵੀ ਦਾਸ ਨੇ ਦੇਖਿਆ ਕਿੱਲ ਤਾਂ ਠੋਕੇ ਜਾ ਰਹੇ ਨੇ, ਪਰ ਅੱਖਾਂ ਦੇ ਵਿੱਚ ਜ਼ਖਮ ਕਿਉਂ ਨਹੀਂ ਹੋ ਰਿਹਾ? ਅੱਖਾਂ ਦੇ ਵਿੱਚ ਦਰਦ ਕਿਉਂ ਨਹੀਂ ਹੋ ਰਹੀ? ਕਹਿੰਦੇ ਜਿਹੜੇ ਜਲਾਦ ਸਨ ਜਦੋਂ ਕਿੱਲ ਠੋਕ ਕੇ ਚਲੇ ਗਏ, ਸਤਿਗੁਰੂ ਸਿੱਖ ਕੇ ਬੰਧਨ ਕਾਟੇ, ਸਿੱਖ ਕੇ ਬੰਧਨ ਕਾਟੇ ਸਤਿਗੁਰੂ ਮੇਰਾ, ਸਤਿਗੁਰੂ ਮੇਰਾ, ਬੰਧਨ ਕਾਟੇ ਸਤਿਗੁਰੂ ਮੇਰਾ, ਸਤਿਗੁਰੂ ਮੇਰਾ। काटे मेरा सतगुरु मेरा, इसके बंधन काटे जी सतगुरु मेरा, जी सतगुरु मेरा। बंधन काटे के बंधन काटे, सतगुरु सिंह के बंधन काटे, सतगुरु सिंह के बंधन काटे। बंधन काटे सतगुरु मेरा, सतगुरु मेरा।
ਚਰਖਾ ਦਾ ਉਹਨਾਂ ਨੂੰ ਜਿਨ੍ਹਾਂ ਅੰਦਰੋਂ ਪ੍ਰੀਤਾਂ ਲਾਈਆਂ, ਖਾਦਾ ਉਹਨਾਂ ਨੂੰ ਉਹ ਜਿਨ੍ਹਾਂ ਅੰਦਰੋਂ ਪ੍ਰੀਤਾਂ ਲਾਈਆਂ। ਚਰਖਾ ਦਾ ਉਹਨਾਂ ਨੂੰ ਜਿਨ੍ਹਾਂ ਅੰਦਰੋਂ ਪ੍ਰੀਤਾਂ, ਚਰਖਾ ਦਾ ਉਹਨਾਂ ਨੂੰ ਜਿਨ੍ਹਾਂ ਨੇ ਅੰਦਰੋਂ ਪ੍ਰੀਤਾਂ ਲਾਈਆਂ। हर हर प्रीत है प्रभु प्यारे, पारो और चुप बोलते। करे हर पाने हर संतानों ताऊ नहीं। हर संतानों और पाऊ नहीं। ਜਲਾਦ ਅੱਖਾਂ ਦੇ ਵਿੱਚ ਕਿਲ ਠੋਕ ਕੇ ਚਲੇ ਗਏ। ਪ੍ਰੇਮ ਦੀ ਦੁਨੀਆ ਦੇ ਉੱਤੇ ਕੋਈ ਹੱਦ ਨਹੀਂ। ਦੁਨੀਆਵੀ ਤੌਰ ਤੇ ਦੁਨੀਆ ਦੇ ਪ੍ਰੇਮ ਝੂਠੇ ਹਨ। ਜਗਤ ਮੈਂ ਝੂਠੀ ਦੇਖੀ ਪ੍ਰੀਤ। ਕਹਿੰਦੇ ਦੇਵੀਦਾਸ ਸੂਰਜ ਨਿਕਲ ਆਇਆ। ਦੇਵੀਦਾਸ ਜਦੋਂ ਪੈਰਾਂ ਵੱਲ ਝਾਤੀ ਮਾਰੀ, ਹੱਥਾਂ ਵੱਲ ਨਜ਼ਰ ਦੜਾਈ, ਹੱਥਾਂ ਦੇ ਪੈਰਾਂ ਦੀਆਂ ਬੇੜੀਆਂ ਟੁੱਟੀਆਂ ਹੋਈਆਂ ਸਨ। ਉੱਠ ਕੇ ਇੱਕਦਮ ਤੁਰ ਲੱਗਾ, ਫਿਰ ਡਿੱਗ ਪਿਆ। ਕਿਤੇ ਮੈਂ ਕਿਤੇ ਕੋਈ ਸੁਪਨਾ ਤੇ ਨਹੀਂ ਦੇਖ ਰਿਹਾ। ਉੱਥੋਂ ਉੱਠਿਆ, ਹੌਸਲਾ ਰੱਖਿਆ, ਅਨੰਦਪੁਰ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਪੁੱਜਿਆ। ਅੱਗੇ ਰਾਗੀ ਕੀਰਤਨ ਕਰ ਰਹੇ ਸਨ। ਸਮਾਪਤੀ ਵਾਲੇ ਪਾਸੇ ਕੀਰਤਨ ਜਾ ਰਿਹਾ ਸੀ, ਪਰ ਨੰਦ ਮਾਫ ਕਰਨਾ ਭਾਈ ਦੇਵੀਦਾਸ ਨੇ ਜਦੋਂ ਤੱਕਿਆ ਤੇ ਕਲਗੀਧਰ ਪਾਤਸ਼ਾਹ ਜੀ ਆਪਣੇ ਆਸਨ ਤੇ ਨਹੀਂ ਬੈਠੇ। ਅਮੀਰ ਬੰਦੇ ਨੂੰ, ਵੱਡੇ ਬੰਦੇ ਨੂੰ ਸਾਰੀ ਦੁਨੀਆ ਜਾਣਿਆ ਕਰਦੀ ਹੈ। ਦੇਵੀਦਾਸ ਨੇ ਕਿਹਾ, ਪ੍ਰੇਮੀਓ ਕਲਗੀਧਰ ਪਾਤਸ਼ਾਹ ਕਿੱਥੇ ਨੇ? ਮੈਂ ਕਲਗੀਧਰ ਪਾਤਸ਼ਾਹ ਨੂੰ ਮਿਲਣ ਵਾਸਤੇ ਆਇਆ। ਉਹਨੇ ਆਖਿਆ ਵੀ ਫਲਾਣਾ ਫਲਾਣਾ ਨੰਬਰ ਕਮਰੇ 'ਚ ਕਲਗੀਧਰ ਪਾਤਸ਼ਾਹ ਸਵੇਰੇ ਅੰਮ੍ਰਿਤ ਵੇਲੇ ਦੇ ਉੱਥੇ ਬਰਾਜੇ ਨੇ, ਤੇ ਹੁਕਮ ਹੈ ਸਾਨੂੰ ਸਾਰਿਆਂ ਨੂੰ ਕਿ ਉੱਥੇ ਆਉਣਾ ਨਹੀਂ।
ਕਾਲੀ ਕਾਲੀ ਉੱਥੇ ਪੁੱਜਦਾ। ਪਹਿਰੇ ਦੇ ਖਲੋਤੇ ਪਹਿਰੇਦਾਰ ਸਿੱਖਾਂ ਨੇ ਆਖਿਆ ਪ੍ਰੇਮੀ ਕਿੱਥੇ ਬਦਲ ਲੱਗਿਆ? ਕਹਿੰਦਾ ਕਲਗੀਧਰ ਪਾਤਸ਼ਾਹ ਨੂੰ ਮਿਲਣਾ। ਉਹਨੇ ਕਿਹਾ ਤੂੰ, ਸਿੱਖਾਂ ਨੇ ਆਖਿਆ ਤੂੰ ਗੁਰੂ ਸਾਹਿਬ ਨੂੰ ਨਹੀਂ ਮਿਲ ਸਕਦਾ, ਅੱਗੇ ਨਹੀਂ ਜਾ ਸਕਦਾ। ਕਹਿੰਦਾ ਕਮਾਲ ਦੀ ਗੱਲ ਹੈ, ਮੈਂ ਐਡੀ ਦੂਰੋਂ ਚੱਲ ਕੇ ਆਇਆ ਤੇ ਤੁਸੀਂ ਕਹਿੰਦੇ ਅੱਗੇ ਨਹੀਂ ਜਾ ਸਕਦਾ, ਮੈਂ ਤਾਂ ਮਿਲਣਾ। ਇੱਕ ਸਿੱਖ ਨੇ ਆਖਿਆ ਵਜ਼ੀਰ ਹੋਵੇਂਗਾ ਤੇ ਆਪਣੀ ਥਾਂ 'ਤੇ ਹੋਵੇਂਗਾ, ਦੇਖੀ ਕਿਤੇ ਖਤਾ ਨਾ ਖਾ ਲਵੀਂ, ਮੂੰਹ ਦੀ ਨਾ ਖਾਣੀ ਪੈ ਜੇ। ਸਿੱਖਾਂ ਦੇ ਨਾਲ ਦੇਵੀ ਦਾਸ ਦੀ ਤੂੰ ਮੈਂ ਹੋ ਗਈ। ਅੰਦਰ ਕਲ ਵਾਲੀਏ ਦੋ ਜਹਾਨ ਕਲਗੀਧਰ ਪਾਤਸ਼ਾਹ, ਦੇਵੀ ਦਾਸ ਤੇ ਸਿੱਖਾਂ ਦੀ ਝੜਪ ਹੋਣ ਦੀ ਆਵਾਜ਼ ਗੁਰੂ ਸਾਹਿਬ ਦੇ ਚਰਨਾਂ 'ਚ ਪਈ। ਅੰਦਰੋਂ ਆਵਾਜ਼ ਦਿੱਤੀ, ਸਿੱਖੋ ਕੌਣ ਹੈ? ਆਖਿਆ ਮਰ ਕੌਣ ਹੈ? ਦੇਵੀ ਦਾਸ ਵਜ਼ੀਰ ਧੱਕੇ ਨਾਲ ਅੰਦਰ ਜਾਣਾ ਚਾਹੁੰਦਾ। ਮਰ ਲੱਗੇ ਕਹਿਣ ਵੀ ਆਉਣ ਦਿਓ ਇਹਨੂੰ। ਇਹਦੇ ਕਰਕੇ ਤਾਂ ਅੰਮ੍ਰਿਤ ਵੇਲੇ ਦੇ ਇੱਥੇ ਲੇਟੇ ਆ ਰਾਤ ਦੇ 1 ਵਜੇ ਤੇ। ਦੇਵੀ ਦਾਸ ਅੱਗੇ ਵੱਧਦਾ, ਨਾਲ ਸਿੱਖਾਂ ਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਮੈਨੂੰ ਰੋਕਦੇ ਸੀ ਨਾ, ਦੇਖੋ ਗੁਰੂ ਸਾਹਿਬ ਬੁਲਾ ਲਿਆ, ਹੋਏਗਾ ਦਿਆਲ ਦਾਤਾ ਦਏਗਾ ਬੁਲਾਏ ਕੇ। ਸਿੱਖਾਂ ਨੇ ਕਿਹਾ ਜੀ ਮਹਾਰਾਜ ਦਾ ਹੁਕਮ ਸੀ, ਨਹੀਂ ਕਿਸੇ ਨੂੰ ਆਉਣ ਦੇਣਾ ਸੀ, ਨਹੀਂ ਆਂਦ ਤਦ ਤੈਨੂੰ। ਹੁਣ ਉਹ ਹੁਕਮ ਹੋ ਗਿਆ, ਸਾਨੂੰ ਕੋਈ ਇਤਰਾਜ਼ ਨਹੀਂ, ਜਾ ਮਿਲਦਾ। ਜਦੋਂ ਦਰਵਾਜ਼ਾ ਖੋਲ੍ਹਿਆ, ਪੁੰਜੇ ਆਸਨ ਕਰਕੇ ਮੇਰੇ ਕਲਗੀਧਰ ਪਾਤਸ਼ਾਹ ਲੇਟੇ ਹੋਏ ਸਨ। ਤੇ ਜਦੋਂ ਮੱਥਾ ਲੱਗਾ ਟੇਕਣ ਤੇ ਨੇ ਕੀ ਤੱਕਿਆ ਵੀ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚੋਂ ਨਾ ਖੂਨ ਵਗ ਵਗ ਕੇ, ਬਲੱਡ ਵਗ ਵਗ ਕੇ, ਉਸ ਬਲੱਡ ਦੀ ਢੇਰੀ 10ਵੇਂ ਪਾਤਸ਼ਾਹ ਦੇ ਚਰਨਾਂ 'ਚ ਲੱਗੀ ਹੋਈ ਸੀ। ਇਹ ਘਬਰਾ ਗਿਆ ਵੀ ਇਹ ਕੀ ਹੋ ਗਿਆ। ਕਹਿਣ ਲੱਗਾ ਮਹਾਰਾਜ ਜੀ ਆ ਤੁਹਾਡੇ ਚਰਨਾਂ 'ਚ ਕੀ ਹੋ ਗਿਆ? ਤੁਹਾਡੇ ਚਰਨਾਂ ਨੂੰ ਕੀ ਹੋਇਆ? ਕਲਗੀਧਰ ਪਾਤਸ਼ਾਹ ਨੇ ਆਖਿਆ ਹੌਸਲਾ ਰੱਖ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਮਹਾਰਾਜ ਨੇ ਹੌਸਲਾ ਰੱਖ, ਤੂੰ ਘਬਰਾ ਨਾ। ਮੁੱਖ ਦੀ ਗੱਲ ਕਹਿੰਦਾ ਮਹਾਰਾਜ ਹੌਸਲਾ ਕੀ ਰੱਖਾਂ? ਆ ਤੁਹਾਡੇ ਚਰਨਾਂ ਵਿੱਚ ਜਿਹੜਾ ਆ ਖੂਨ ਵਗ ਰਿਹਾ, ਬਲੱਡ ਚੋ ਰਿਹਾ, ਇਹ ਤਾਂ ਮੈਂ ਨਹੀਂ ਸਹਿ ਸਕਦਾ, ਕਿਉਂਕਿ ਬੜਾ ਸ਼ਰਧਾਲੂ ਸੀ। ਮੈਂ ਲੇਟੇ ਸਨ, ਆਪਣੇ ਸੱਜੇ ਪਾਸੇ ਬਿਠਾ ਲਿਆ। ਆਖਿਆ ਦੇਵੀ ਦਾਸ ਅਗਲੀ ਗੱਲ ਤੇ ਫੇਰ ਕਰਾਂਗੇ। ਮਹਾਰਾਜ ਨੇ ਆਪਣੇ ਸਰਾਣੇ ਵਾਲੇ ਪਾਸੇ ਜਿਹੜੇ ਕਿੱਲ ਇਹਦੀਆਂ ਅੱਖਾਂ ਦੇ ਵਿੱਚ ਠੋਕੇ ਗਏ ਸਨ, ਉਹ ਦੋਵੇਂ ਕਿੱਲ ਕੱਢ ਕੇ ਦਿਖਾਤੇ। ਆਖਿਆ ਦੇਵੀ ਦਾਸ ਇਹ ਉਹੀ ਕਿੱਲ ਨੇ ਜਿਹੜੇ ਤੇਰੀਆਂ ਅੱਖਾਂ ਦੇ ਵਿੱਚ ਠੋਕੇ ਗਏ ਸੀ। ਆਖਿਆ ਦੇਵੀ ਦਾਸ ਨੇ ਮਾਰੇ ਕਿੱਲ ਤਾਂ ਉਹੀ ਨੇ, ਪਰ ਇਹ ਮੇਰੇ ਦਸ਼ਮੇਸ਼ ਜੀ ਲੱਗੇ ਕਣ ਸਿੱਖਾ ਤੋ ਸਾਡੇ ਚਰਨਾਂ ਦਾ ਧਿਆਨ ਧਰਿਆ ਸੀ। ਮੈਂ ਇਹ ਕਿੱਲ ਆਪਣੇ ਚਰਨਾਂ ਦੇ ਵਿੱਚ ਠਕਵਾ ਲਿਆ ਨੇ। ਦੇਵੀ ਦਾਸ ਜੇਕਰ ਤੂੰ ਮੇਰੇ ਚਿਹਰੇ ਦਾ, ਮੇਰੇ ਸਰੂਪ ਦਾ ਧਿਆਨ ਧਰਦਾ, ਇਹ ਕਿੱਲ ਮੈਂ ਆਪਣੀਆਂ ਅੱਖਾਂ ਦੇ ਵਿੱਚ ਵੀ ਠਕਵਾ ਲੈਂਦਾ। ਤਦੇ ਮੇਰੇ ਪਾਤਸ਼ਾਹ ਕਹਿੰਦੇ ਨੇ ਸੱਚ ਕਹੋ ਸੁਣ ਲਿਓ, ਸਵੈ ਜਿਨ ਪ੍ਰੇਮ ਕੀਓ ਤੈਨੀ ਪ੍ਰਭ ਪਾਇਓ। ਇਹਦੋਂ ਉੱਤੇ ਕੋਈ ਕਰ ਸਕਦਾ? ਸਤਿਗੁਰੂ ਪਾਤਸ਼ਾਹ ਹਮੇਸ਼ਾ ਹੀ ਸਿੱਖ ਦੀ ਪ੍ਰਤਪਾਲਨਾ ਕਰਦੇ ਨੇ। ਸਤਿਗੁਰੂ ਸਿੱਖ ਹੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਇੰਨੇ ਕੁ ਸ਼ਬਦ ਪ੍ਰਵਾਨ ਕਰੋ। ਇਹ ਗੱਡੀ ਲੋੜ ਮੰਨਦੀ ਥੋੜ੍ਹਾ ਜਿਹਾ, ਹੌਲੀ ਹੌਲੀ ਸਭ ਕੁਝ ਠੀਕ ਹੋ ਜਾਣਾ। ਸਮਾਂ ਗੁਰੂ ਚਰਨਾਂ ਵਿੱਚ ਲਾਇਆ ਕਰੋ। ਇੰਨੇ ਸ਼ਬਦ ਪ੍ਰਵਾਨ। ਅਗਲਾ ਸਮਾਂ
ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।